ਜਿਹੜਾ ਇੱਕ ਕਲਾਸ ਐਕਸ਼ਨ ਲਾਅ ਸੂਟ ਪ੍ਰਪੋਜ਼ ਕੀਤਾ ਗਿਆ ਸੀ ਹਮ, ਓਨਟਾਰੀਓ ਦੇ ਵਿੱਚ ਊਬਰ ਈਟਸ ਦਾ ਇੱਕ ਡਰਾਈਵਰ ਸੀ। 2017 ਤੋਂ ਇਹ ਮਸਲਾ ਚੱਲਿਆ ਹੋਇਆ ਸੀ। ਹਾਂਜੀ ਉਹਨਾਂ ਨੇ ਪਹਿਲਾਂ ਓਨਟਾਰੀਓ ਦੇ ਲੋਅਰ ਕੋਰਟ ਦੇ ਵਿੱਚ ਇਸ ਮੁਕੱਦਮੇ ਨੂੰ ਪਾਇਆ ਸੀ, ਜਿਹਦੇ ਵਿੱਚ ਮੇਨ ਗੱਲ ਇਹ ਸੀ ਕਿ ਜਿਹੜੇ ਊਬਰ ਦੇ ਨਾਲ ਕੰਮ ਕਰਨ ਵਾਲੇ ਡਰਾਈਵਰਸ ਨੇ ਉਹਨਾਂ ਨੂੰ ਇੰਪਲੋਈਜ਼ ਮੰਨਿਆ ਜਾਵੇ, ਕੰਟਰੈਕਟਰਸ ਨਹੀਂ। ਅਤੇ ਇਹ ਜਿਹੜਾ ਮੁਕੱਦਮਾ ਸੀ ਉਦੋਂ ਲੋਅਰ ਕੋਰਟ ਨੇ ਵੀ ਹੱਕ ਦੇ ਵਿੱਚ ਫੈਸਲਾ ਦੇ ਦਿੱਤਾ ਸੀ। ਫਿਰ ਊਬਰ ਨੇ ਅਪੀਲ ਕੀਤੀ ਸੁਪਰੀਮ ਕੋਰਟ ਆਫ ਕੈਨੇਡਾ ਦੇ ਵਿੱਚ। ਸੁਪਰੀਮ ਕੋਰਟ ਨੇ ਅੱਜ ਇਹ ਫੈਸਲਾ ਸੁਣਾਉਣਾ ਸੀ, ਮੇਰੇ ਖਿਆਲ ਤਕਰੀਬਨ 15-20 ਮਿੰਟ ਪਹਿਲਾਂ ਹੀ ਫੈਸਲਾ ਆਇਆ, ਅਤੇ ਉਹਨਾਂ ਨੇ ਵੀ ਊਬਰ ਡਰਾਈਵਰਸ ਦੇ ਹੱਕ ਵਿੱਚ ਫੈਸਲਾ ਦਿੱਤਾ ਕਿ ਹੁਣ ਊਬਰ ਦੇ ਖਿਲਾਫ ਇਹ ਕਲਾਸ ਐਕਸ਼ਨ ਲਾਅ ਸੂਟ ਅੱਗੇ ਵੱਧ ਸਕੇਗਾ। ਬਿਲਕੁਲ ਵਿਜੇ, $400 ਮਿਲੀਅਨ ਦਾ ਇਹ ਕਲਾਸ ਐਕਸ਼ਨ ਸੂਟ ਹੋਣਾ ਹੁਣ ਤਾਂ ਪੱਕਾ ਹੋ ਗਿਆ ਕਿ ਚੱਲੇਗਾ ਮੁਕੱਦਮਾ। ਅਕਸਰ ਦੇਖਿਆ ਜਾਂਦਾ ਜਦੋਂ ਵੱਡੇ ਕੋਈ ਇੱਦਾਂ ਦੇ ਮਾਮਲੇ ਹੁੰਦੇ ਆ, ਉਹਨਾਂ ਦੇ ਵਿੱਚ ਜਿਹੜੀ ਪੂਰੀ ਦੀ ਪੂਰੀ ਡਿਬੇਟ ਜਾਂ ਕਹਿ ਲਓ ਡਿਸਕਸ਼ਨ ਹੁੰਦੀ ਆ, ਉਹ ਅਕਸਰ ਕਿਸੇ ਇੱਕ ਟੈਕਨੀਕਲ ਪੁਆਇੰਟ 'ਤੇ ਆ ਕੇ ਅੜ ਜਾਂਦੀ ਆ ਅਤੇ ਸਾਰੀ ਦੀ ਸਾਰੀ ਜਿਹੜੀ ਡਿਬੇਟ ਆ ਉਹ ਉਸੇ ਟੈਕਨੀਕਲ ਪੁਆਇੰਟ ਬਾਰੇ ਬਣ ਜਾਂਦੀ ਆ। ਅਤੇ ਆਮ ਜਨਤਾ ਦੀ ਜਿਹੜੀ ਸਾਰੀ ਅਟੈਂਸ਼ਨ ਹੁੰਦੀ ਆ ਉਹ ਹੁਣ ਇਸ ਮਾਮਲੇ ਤੋਂ ਹਟ ਕੇ ਕਿ ਕੰਟਰੈਕਟ ਵਰਕਰ ਹੋਵੇ ਕਿ ਐਮਪਲੋਈ ਹੋਵੇ, ਉਸ ਤੋਂ ਹਟ ਕੇ ਆ ਗਈ ਆਰਬਿਟ੍ਰੇਸ਼ਨ ਪ੍ਰੋਸੈਸ 'ਤੇ। ਉਹ ਪ੍ਰੋਸੈਸ ਕੀ ਸੀ, ਊਬਰ ਨੇ ਕੀ ਰੱਖਿਆ ਹੋਇਆ, ਇਹਨਾਂ ਦਾ ਜਿਹੜਾ ਹੈੱਡਕੁਆਟਰ ਆ ਉਹ ਨੈਦਰਲੈਂਡਸ 'ਚ ਆ। ਉਹ ਕਹਿੰਦੇ ਵੀ ਜੇ ਕਿਸੇ ਡਰਾਈਵਰ ਦਾ ਊਬਰ ਦੇ ਨਾਲ ਕੋਈ ਰੌਲਾ ਹੋ ਜਾਂਦਾ ਅਤੇ ਉਹਨੂੰ ਹੁਣ ਆਰਬਿਟ੍ਰੇਸ਼ਨ ਮਤਲਬ ਕਿਸੇ ਮੀਡੀਏਸ਼ਨ ਪ੍ਰੋਸੈਸ ਰਾਹੀਂ ਤੁਸੀਂ ਉਹਨੂੰ ਸੋਲਵ ਕਰਨਾ, ਤਾਂ ਫਿਰ ਉਹ ਨੈਦਰਲੈਂਡਸ ਜਾ ਕੇ ਹੋਏਗਾ ਕੰਮ। ਅਤੇ ਵਿਜੇ ਉਹਦੇ ਵਾਸਤੇ ਜਿਹਨੇ ਕੋਈ ਡਰਾਈਵਰ ਨੇ ਜੇ ਕੋਈ ਪ੍ਰੋਬਲਮ ਆ, ਜਿਹਨੇ ਵੀ ਮੁਕੱਦਮਾ ਇਹ ਕੀਤਾ, ਜਿਹਨੂੰ ਵੀ ਕੋਈ ਆਰਬਿਟ੍ਰੇਸ਼ਨ ਦੀ ਲੋੜ ਆ, ਉਹਨੂੰ ਆਪਣੀ ਜੇਬ ਦੇ ਵਿੱਚੋਂ $14,500 ਖਰਚ ਕਰਨੇ ਪੈਣਗੇ ਇਸ ਆਰਬਿਟ੍ਰੇਸ਼ਨ ਦੇ ਲਈ। ਅਤੇ ਇਸੇ ਕਰਕੇ ਜਦੋਂ ਪਹਿਲਾਂ ਇਹ ਮਾਮਲਾ ਓਨਟਾਰੀਓ ਦੀ ਸੁਪਰੀਮ ਕੋਰਟ ਦੇ ਵਿੱਚ, ਕੋਰਟ ਆਫ ਅਪੀਲ ਦੇ ਵਿੱਚ ਵੀ ਗਿਆ, ਅਤੇ ਉੱਥੇ ਕੋਰਟਸ ਨੇ ਇਹੀ ਕਿਹਾ, ਕਹਿੰਦੇ ਕਿ ਦੇਖੋ ਸੁਪਰੀਮ ਕੋਰਟ ਨੇ ਕਿਹਾ, ਕਹਿੰਦੇ ਇਹ ਤੁਸੀਂ ਆਰਬਿਟ੍ਰੇਸ਼ਨ ਨੂੰ ਇਲੀਗਲੀ ਆਊਟਸੋਰਸ ਕਰ ਰਹੀ ਹੈ ਊਬਰ। ਇਸ ਕਰਕੇ ਊਬਰ ਦੇ ਖਿਲਾਫ ਉਹਨਾਂ ਨੇ ਫੈਸਲਾ ਦਿੱਤਾ ਸੁਪਰੀਮ ਕੋਰਟ ਨੇ। ਕੋਰਟ ਆਫ ਅਪੀਲ ਦਾ ਕਹਿਣਾ ਸੀ, ਕਹਿੰਦੇ ਕਿ ਇਹ ਅਨਕੌਂਸ਼ਨੇਬਲ ਹੈ। ਉਹ ਹੁੰਦਾ ਕਿ ਇਹ ਵਨ ਸਾਈਡਡ ਹੈ, ਲੌਪ ਸਾਈਡਡ ਹੈ, ਕਿ ਇਹਦਾ ਤੁਸੀਂ ਫਾਇਦਾ ਹੀ ਨਹੀਂ ਲੈ ਸਕਦੇ। ਇਹ ਇੱਕ ਕਹਿ ਲਓ ਵੀ ਇੰਪ੍ਰੈਕਟੀਕਲ ਇੱਕ ਕਲਾਸ ਹੈ। ਕਿਉਂਕਿ ਜੇ ਕਿਸੇ ਊਬਰ ਡਰਾਈਵਰ ਨੂੰ ਲੈਟਸ ਸੇ ਲੋੜ ਪੈਂਦੀ ਹੈ ਉਸ ਆਰਬਿਟ੍ਰੇਸ਼ਨ ਦੀ, ਅਗਲਾ ਇਸੇ ਗੱਲ ਤੋਂ ਗੁਰੇਜ਼ ਕਰੇਗਾ ਕਿ $14,500 US ਮੇਰੀ ਜੇਬ ਚੋਂ ਲੱਗਣਾ, ਫਰਦਰ ਪਤਾ ਨਹੀਂ ਨਤੀਜਾ ਨਿਕਲਣਾ ਕੀ ਨਿਕਲਣਾ, ਵੀ ਛੱਡੋ ਪਰੇ। ਅਤੇ ਦੂਜਾ ਉਹਨਾਂ ਨੇ ਇਹ ਵੀ ਕਿਹਾ ਸੀ, ਜਿਹੜਾ ਲੋਅਰ ਕੋਰਟ ਨੇ, ਵੀ ਅਨਇਨਫੋਰਸੀਏਬਲ ਹੈ, ਮਤਲਬ ਇਹਨੂੰ ਕਾਨੂੰਨੀ ਤੌਰ 'ਤੇ ਲਾਗੂ ਵੀ ਨਹੀਂ ਕੀਤਾ ਜਾ ਸਕਦਾ। ਬਿਲਕੁਲ। ਅਤੇ ਵਿਜੇ ਅੱਜ ਦੀ ਜਜਮੈਂਟ ਦੇ ਵਿੱਚ ਵੀ ਸੁਪਰੀਮ ਕੋਰਟ ਆਫ ਕੈਨੇਡਾ ਨੇ ਵੀ ਅਨਕੌਂਸ਼ਨੇਬਲ ਵਰਡ ਹੀ ਯੂਜ਼ ਕੀਤਾ। ਉਹ ਕਹਿੰਦੇ ਕਿ ਇਹ ਇੰਪ੍ਰੈਕਟੀਕਲ ਹੈਗਾ, ਇਹ ਲਾਗੂ ਹੀ ਨਹੀਂ ਕੀਤਾ ਜਾ ਸਕਦਾ, ਵਨ ਸਾਈਡਡ ਹੈ, ਲੌਪ ਸਾਈਡਡ ਹੈ। ਅਤੇ ਦੂਸਰਾ ਉਹਨਾਂ ਨੇ ਮੈਂਸ਼ਨ ਕੀਤਾ, ਕਹਿੰਦੇ ਕਿ ਜਿਹੜਾ $14,500 ਖਰਚ ਕਰਨਾ ਪੈਣਾ ਇੱਕ ਊਬਰ ਡਰਾਈਵਰ ਨੂੰ US, ਉਹ ਕਹਿੰਦੇ ਕਿ ਉਹਨਾਂ ਦੀ ਆਲਮੋਸਟ ਐਨੂਅਲ ਇਨਕਮ ਦੇ ਬਰਾਬਰ ਹੈ। ਕਹਿੰਦੇ ਨੇੜੇ ਤੇੜੇ ਹੈ। ਅਤੇ ਕਹਿੰਦੇ ਕੋਈ ਵੀ ਉਹ ਫਿਰ ਕਿਉਂ ਕੋਈ ਅਪਲਾਈ ਕਰੇਗਾ ਜੀ, ਉਹਨੂੰ ਆਪਣੀ ਪੂਰੇ ਸਾਲ ਦੀ ਇਨਕਮ ਖਰਚ ਕਰਨੀ ਪੈਣੀ ਹੈ ਇਹ ਮੁਕੱਦਮਾ ਲੜਨ 'ਤੇ। ਉਹ ਵੀ ਇਹ ਨਹੀਂ ਪਤਾ ਕਿ ਉਹਦਾ ਅਲਟੀਮੇਟਲੀ ਨਤੀਜਾ ਕੀ ਨਿਕਲਣਾ, ਹੱਕ ਚਾਹੁਣਾ ਵੀ ਹੈ ਕਿ ਨਹੀਂ। ਹੁਣ ਵਾਸੂ, ਜਦੋਂ ਤੋਂ ਊਬਰ ਦੇ ਆਉਣ ਦੀ, ਰਾਈਡ ਹੇਲਿੰਗ ਕੰਪਨੀਆਂ ਦੇ ਇੱਥੇ ਆਉਣ ਦੀ ਗੱਲ ਚੱਲੀ, ਉਹਦੇ ਵਿੱਚ ਸਭ ਤੋਂ ਵੱਡੀ ਇੱਕ ਗੱਲ ਇਹ ਚੱਲਦੀ ਸੀ, ਟੈਕਸੀ ਇੰਡਸਟਰੀ ਦਾ ਦੇਖੋ ਖਦਸ਼ਾ ਕੀ ਸੀ, ਅਤੇ ਲੈਵਲ ਪਲੇਇੰਗ ਫੀਲਡ ਨੂੰ ਲੈ ਕੇ ਗੱਲ ਸੀ, ਵੀ ਇੰਸ਼ੋਰੈਂਸ ਦਾ ਖਰਚਾ ਅਤੇ ਲਾਇਸੈਂਸਿੰਗ ਦਾ ਇਸ਼ੂ। ਚਲੋ ਲਾਇਸੈਂਸਿੰਗ ਵਾਲੀ ਗੱਲ BC ਦੇ ਵਿੱਚ ਉਹਨਾਂ ਨੇ ਕਲਾਸ 4 ਲਾਇਸੈਂਸ ਹੀ ਰਿਕੁਆਇਰਡ ਊਬਰ ਵਾਸਤੇ ਵੀ। ਪਰ ਇੱਕ ਗੱਲ ਇਹ ਸੀ ਕਿ ਜਿਹੜੇ ਟੈਕਸੀ ਇੰਡਸਟਰੀ ਨੂੰ ਜਿਸ ਤਰ੍ਹਾਂ ਦੇ ਹੋਰ ਖਰਚੇ ਪੈਂਦੇ ਨੇ, ਜਿਹੜੀਆਂ ਹੋਰ ਪ੍ਰੋਟੈਕਸ਼ਨਸ ਉਹਨਾਂ ਨੂੰ ਆਪਣੇ ਨਾਲ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਦੇਣੀਆਂ ਪੈਂਦੀਆਂ ਨੇ, ਜੇ ਊਬਰ 'ਤੇ ਉਹੀ ਸੇਮ ਸਟੈਂਡਰਡਸ ਲਾਗੂ ਨਾ ਹੋਏ ਤਾਂ ਫਿਰ ਤਾਂ ਊਬਰ ਵਾਸਤੇ ਬਹੁਤ ਆਸਾਨ ਹੈ ਕਿ ਉਹ ਆਪਣੇ ਜਿਹੜੇ ਭਾੜੇ ਨੇ ਉਹ ਹੋਰ ਵੀ ਸਸਤੇ ਰੱਖ ਸਕਦੇ ਨੇ ਅਤੇ ਪ੍ਰਾਈਸ ਅੰਡਰਕਟ ਕਰਕੇ ਹੋਰ ਮਾਰਕੀਟ ਸ਼ੇਅਰ ਕੈਪਚਰ ਕਰ ਸਕਦੇ ਨੇ। ਸੋ ਹੁਣ ਇਹਦੇ ਵਿੱਚ ਇੱਕ ਜਿਹੜਾ ਮੇਨ ਮੁੱਦਾ ਸੀ, ਜਿੱਥੋਂ ਗੱਲ ਸ਼ੁਰੂ ਹੋਈ ਸੀ, ਜਿਵੇਂ ਤੁਸੀਂ ਕਿਹਾ ਕਿ ਉੱਤੋਂ ਫਿਰ ਗੱਲ ਭਟਕ ਕੇ ਆਰਬਿਟ੍ਰੇਸ਼ਨ 'ਤੇ ਆ ਗਈ। ਪਰ ਮੇਰੇ ਖਿਆਲ ਜਿਹੜਾ ਜ਼ਿਆਦਾ ਇੰਪੋਰਟੈਂਟ ਐਲੀਮੈਂਟ ਹੈ ਉਹ ਇਹ ਆ ਕਿ ਜਿਹੜੇ ਵਿਅਕਤੀ ਊਬਰ ਦੇ ਨਾਲ ਗੱਡੀ ਚਲਾਉਂਦੇ ਨੇ, ਕੀ ਉਹ ਊਬਰ ਦੇ ਕੰਟਰੈਕਟਰਸ ਨੇ ਜਾਂ ਕੀ ਉਹ ਉਹਨਾਂ ਦੇ ਮੁਲਾਜ਼ਮ ਨੇ। ਜੇ ਉਹ ਮੁਲਾਜ਼ਮ ਵਜੋਂ ਟਰੀਟ ਕੀਤੇ ਜਾਂਦੇ ਨੇ ਤਾਂ ਫਿਰ ਜਿਹੜੇ ਸੂਬੇ ਦੇ ਵਿੱਚ, ਕੈਨੇਡਾ ਦੀ ਜੇ ਗੱਲ ਕਰੀਏ, ਜਿੱਥੇ ਊਬਰ ਦੀ ਗੱਡੀ ਉਹ ਚਲਾ ਰਹੇ ਨੇ, ਉਸ ਸੂਬੇ ਦਾ ਇੰਪਲੋਇਮੈਂਟ ਸਟੈਂਡਰਡਸ ਐਕਟ ਉਹਨਾਂ ਉੱਪਰ ਲਾਗੂ ਹੋਏਗਾ। ਉਹਦੇ ਤਹਿਤ ਮਿਨੀਮਮ ਵੇਜ ਦੀ ਪ੍ਰੋਟੈਕਸ਼ਨ ਹੈ, ਉਹਦੇ ਤਹਿਤ ਵੈਕੇਸ਼ਨ ਪੇ ਹੈ, ਉਹਦੇ ਤਹਿਤ ਹੋਰ ਜਿਹੜੇ ਬੈਨੀਫਿਟਸ ਨੇ ਉਹ ਵੀ ਆ ਜਾਂਦੇ ਨੇ। ਬਿਲਕੁਲ। ਇਹ ਮਾਮਲਾ ਭਟਕਿਆ ਕਿਉਂ? ਕਿਉਂਕਿ ਊਬਰ ਨੇ ਆਪ ਹੀ ਇਸ ਮੁਕੱਦਮੇ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਸ਼ੁਰੂ ਤੋਂ ਕਿਹਾ, ਕਹਿੰਦੇ ਕਿ ਆਰਬਿਟ੍ਰੇਸ਼ਨ ਦਾ ਮਾਮਲਾ ਹੈ, ਕਿ ਕੋਰਟ ਨੇ ਜਦੋਂ ਮੈਂਸ਼ਨ ਕੀਤਾ ਨਾ ਕਿ ਤੁਹਾਡਾ ਜਿਹੜਾ ਆਰਬਿਟ੍ਰੇਸ਼ਨ ਪ੍ਰੋਸੈਸ ਅਨਕੌਂਸ਼ਨੇਬਲ ਹੈ, ਉਸ ਤੋਂ ਬਾਅਦ ਊਬਰ ਨੇ ਕਿਹਾ ਕਿ ਆਰਬਿਟ੍ਰੇਸ਼ਨ ਪ੍ਰੋਸੈਸ ਦੀ ਜਿਹੜੀ ਵੈਲਿਡਿਟੀ ਹੈ ਉਹ ਆਰਬਿਟ੍ਰੇਸ਼ਨ ਦੇ ਰਾਹੀਂ ਹੀ ਡਿਸਾਈਡ ਹੋਣੀ ਚਾਹੀਦੀ ਹੈ, ਨਾ ਕਿ ਕੋਰਟਸ ਦੇ ਵਿੱਚ। ਤਾਂ ਕਰਕੇ ਇਹ ਸਾਰੇ ਦਾ ਸਾਰਾ ਮੁਕੱਦਮਾ ਜਿਹੜਾ ਆਰਬਿਟ੍ਰੇਸ਼ਨ ਪ੍ਰੋਸੈਸ ਦੇ ਉੱਤੇ ਹੀ
ਨਿਰਧਾਰਿਤ ਹੋ ਗਿਆ। ਸੋ ਹੁਣ ਇੱਥੇ ਇੱਕ ਗੱਲ ਹੋਰ ਧਿਆਨ ਦੇਣੀ ਬੜੀ ਜ਼ਰੂਰੀ ਆ ਕਿ ਹੁਣ ਜਿਹੜਾ ਅੱਜ ਸੁਪਰੀਮ ਕੋਰਟ ਆਫ ਕੈਨੇਡਾ ਨੇ ਫੈਸਲਾ ਦਿੱਤਾ, ਅਜੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਜਿਹੜੇ ਊਬਰ ਦੇ ਨਾਲ ਕੰਮ ਕਰਨ ਵਾਲੇ ਵਿਅਕਤੀ ਨੇ ਉਹ ਇੰਪਲੋਈਜ਼ ਨੇ ਜਾਂ ਨਹੀਂ। ਉਹਨਾਂ ਨੇ ਸਿਰਫ ਇਹ ਕਿਹਾ ਕਿ ਹੁਣ ਇਸ ਇਸ਼ੂ ਨੂੰ ਡੀਲ ਕਰਨ ਵਾਲਾ ਜਿਹੜਾ ਮੁਕੱਦਮਾ ਉਹ ਅੱਗੇ ਚੱਲ ਸਕੇਗਾ। ਉਹ ਇਸੇ ਲਈ ਚੱਲੇਗਾ ਕਿਉਂਕਿ ਜਿਹੜੀ ਊਬਰ ਵੱਲੋਂ ਦਲੀਲ ਦਿੱਤੀ ਗਈ ਸੀ ਕਿ ਆਰਬਿਟ੍ਰੇਸ਼ਨ ਦੇ ਰਾਹੀਂ ਕਰੋ ਸਾਰਾ ਕੁਝ, ਉਹ ਕਹਿੰਦੇ ਤੁਹਾਡਾ ਆਰਬਿਟ੍ਰੇਸ਼ਨ ਪ੍ਰੋਸੈਸ ਹੀ ਜਿਹੜਾ ਹੈਗਾ ਫਲॉड ਹੈ। ਉਹ ਹੁਣ ਆਰਬਿਟ੍ਰੇਸ਼ਨ ਦੇ ਰਾਹੀਂ ਨਹੀਂ, ਕੋਰਟਸ ਦੇ ਵਿੱਚ ਹੁਣ ਇਹ ਮੁਕੱਦਮਾ ਚੱਲ ਸਕਦਾ। ਇਸ ਕਰਕੇ ਜਿਹੜਾ ਹੁਣ ਕਲਾਸ ਐਕਸ਼ਨ ਸੂਟ $400 ਮਿਲੀਅਨ ਦਾ ਊਬਰ ਦੇ ਖਿਲਾਫ ਜਿਹੜਾ ਉਹਨੂੰ ਹੁਣ ਅਗਾਂਹ ਵਧਣ ਦੀ, ਉਸ ਮੁਕੱਦਮੇ ਨੂੰ ਚੱਲਣ ਦੀ ਜਿਹੜੀ ਇਜਾਜ਼ਤ ਜਿਹੜੀ ਆ ਉਹ ਹੁਣ ਸੁਪਰੀਮ ਕੋਰਟ ਆਫ ਕੈਨੇਡਾ ਵੱਲੋਂ ਦੇ ਦਿੱਤੀ ਗਈ। ਉਸ ਨੂੰ ਗ੍ਰੀਨ ਲਾਈਟ ਮਿਲ ਗਈ ਹੈ। ਊਬਰ ਦੇ ਖਿਲਾਫ ਮੁਕੱਦਮੇ ਨੂੰ ਗ੍ਰੀਨ ਲਾਈਟ ਮਿਲੀ, ਨੋ ਪਨ ਇੰਟੈਂਡਡ। ਪਰ ਇਹ ਹੈ ਕਿ ਇਹਦੇ ਵਿੱਚੋਂ ਮੇਰੇ ਖਿਆਲ ਵਾਸੂ ਜਿਹੜੇ ਵੀ ਨਤੀਜੇ ਨਿਕਲਣਗੇ, ਦੋਜ਼ ਕੁਡ ਹੈਵ ਅ ਵੈਰੀ ਬਿਗ ਇੰਪੈਕਟ। ਇਹਦਾ ਹੁਣ ਵੇਖਣਾ ਹੋਏਗਾ ਕਿ ਹੁਣ ਇਹਦੀ ਅੱਗੇ ਟਾਈਮਲਾਈਨ ਕੀ ਹੈ, ਮੁਕੱਦਮਾ ਕਦੋਂ ਸ਼ੁਰੂ ਹੋਏਗਾ। ਪਰ ਊਬਰ ਵਾਸਤੇ ਜਿਹੜਾ ਇਹ ਅੱਜ ਦਾ ਇਹ ਫੈਸਲਾ ਇਹ ਕੋਈ ਬਹੁਤਾ ਵਧੀਆ ਸੰਕੇਤ ਨਹੀਂ ਹੈਗਾ। ਊਬਰ ਜਦੋਂ ਦੀ ਵਿਜੇ ਕੈਨੇਡਾ ਦੇ ਵਿੱਚ ਆਈ ਹੈ ਕੁਝ ਨਾ ਕੁਝ ਚੱਲਦਾ ਹੀ ਰਿਹਾ, ਕਦੀ ਬਿਜ਼ਨਸ ਲਾਇਸੈਂਸ ਨੂੰ ਲੈ ਕੇ, ਕਦੀ ਕੁਝ ਲੈ ਕੇ। ਹੁਣ ਇੱਥੇ IMBL ਜਿਹੜਾ ਮਸਲਾ ਸੋਲਵ ਹੋਇਆ ਤਾਂ ਨਾ ਆ ਗਿਆ, ਇਹਨਾਂ ਨੂੰ ਝਾੜਾ ਝੂੜਾ ਕਰਾਉਣਾ ਚਾਹੀਦਾ। Not that we condone, ਅਸੀਂ ਪ੍ਰਮੋਟ ਨਹੀਂ ਕਰਦੇ, of course, in a lighter vein।